प्यारे विद्यार्थियों, जिवें कि तुहानूं सारिਆਂ ਨੂੰ पता है कि साडे साधन दो तरह ਦੇ ਹੁੰਦੇ ਨੇ, कुदरती ते गैर कुदरती। कुदरती साधनां ਦੇ ਵਿੱਚੋਂ ਸਭ ਤੋਂ ਮਹੱਤਵਪੂਰਨ ਸਾਧਨ है ਭੂਮੀ। ਭੂਮੀ ਦੀ ਅਸੀਂ ਖੇਤੀਬਾੜੀ ਤੋਂ ਇਲਾਵਾ ਵੱਖ-ਵੱਖ ਰੂਪਾਂ ਦੇ ਵਿੱਚ ਇਸ ਦੀ ਵਰਤੋਂ ਕਰਦੇ ਹਾਂ। ਹੁਣ ਅੱਜ ਅਸੀਂ ਪਾਠ ਕਰਨ ਜਾ ਰਹੇ ਹਾਂ ਭੂਮੀ ਵਰਤੋਂ ਅਤੇ ਖੇਤੀਬਾੜੀ। ਭਾਰਤ ਦਾ ਕੁੱਲ ਖੇਤਰਫਲ ਲਗਭਗ 32.8 ਕਰੋੜ ਹੈਕਟੇਅਰ ਹੈ। 1993 ਦੇ ਵਿੱਚ ਲਏ ਗਏ ਅੰਕੜਿਆਂ ਅਨੁਸਾਰ ਸ਼ੁੱਧ ਬੀਜਿਆ ਹੋਇਆ ਖੇਤਰ ਹੈ ਜੋ ਉਹ 14.26 ਕਰੋੜ ਹੈਕਟੇਅਰ ਸੀ, ਜਦਕਿ ਇਹ 1950-51 ਦੇ ਵਿੱਚ 11.88 ਕਰੋੜ ਹੈਕਟੇਅਰ ਕਿਹਾ ਜਾਂਦਾ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ 42 ਸਾਲਾਂ ਦੇ ਵਿੱਚ ਬਿਜਾਈ ਦੇ ਖੇਤਰ ਦੇ ਵਿੱਚ 2.38 ਕਰੋੜ ਹੈਕਟੇਅਰ ਦਾ ਵਾਧਾ ਹੋਇਆ ਹੈ। ਸਾਡਾ ਭਾਰਤ ਇਸ ਮਾਮਲੇ ਦੇ ਵਿੱਚ ਬਹੁਤ ਹੀ ਖੁਸ਼ਕਿਸਮਤ ਹੈ ਕਿ ਉਸ ਦੇ ਖੇਤਰਫਲ ਦੇ ਲਗਭਗ ਅੱਧੇ ਭਾਗ ਤੇ ਅਸੀਂ ਖੇਤੀ ਕਰ ਰਹੇ ਹਾਂ, ਜਿਸ ਦੀ ਤੁਲਨਾ ਜੇ ਅਸੀਂ ਬਾਕੀ ਦੇਸ਼ਾਂ ਨਾਲ ਕਰੀਏ ਤਾਂ ਬਾਕੀ ਦੇਸ਼ਾਂ ਦਾ ਖੇਤੀ ਖੇਤਰ ਬਹੁਤ ਹੀ ਘੱਟ ਹੈ। ਕੈਨੇਡਾ ਦਾ 5%, ਚੀਨ ਦਾ 11%, ਜਾਪਾਨ ਦਾ 13%, ਅਮਰੀਕਾ ਦਾ 20% ਤੇ ਸੋਵੀਅਤ ਸੰਘ ਦਾ 10% ਖੇਤੀ ਖੇਤਰ ਹੇਠ ਹੈ। ਹੁਣ ਕੁੱਲ ਖੇਤਰਫਲ ਦੇ ਵਿੱਚੋਂ ਕਿੰਨੇ ਪ੍ਰਤੀਸ਼ਤ ਭਾਗ ਦੀ ਵਰਤੋਂ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਉਹ ਅਸੀਂ ਇਸ ਪਾਈ ਚਾਰਟ ਵਿੱਚ ਦੇਖਾਂਗੇ। ਜਿਹੜਾ ਕਿ ਸ਼ੁੱਧ ਬੀਜਿਆ ਹੋਇਆ ਖੇਤਰ ਹੈ, ਸਭ ਤੋਂ ਵੱਡਾ ਹਿੱਸਾ ਸਾਨੂੰ ਨਜ਼ਰ ਆ ਰਿਹਾ ਹੈ, ਉਹ ਹੈ 47%। ਉਸ ਤੋਂ ਬਾਅਦ ਖੇਤੀਯੋਗ ਬੰਜਰ ਭੂਮੀ ਉਹ 5% ਹੈ, ਯਾਨੀ ਕਿ ਉਸ ਖੇਤਰ ਤੇ ਉਸ ਭੂਮੀ ਤੇ ਖੇਤੀ ਹੋ ਸਕਦੀ ਹੈ ਜੇ ਉਸ ਨੂੰ ਉੱਨਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਪਰ ਉਹ ਇਸ ਸਮੇਂ ਬੰਜਰ ਹੈ, ਉਹ 5% ਹੈ। ਗੈਰ ਖੇਤੀ ਭੂਮੀ 7% ਹੈ, ਜਿਸ ਦੇ ਵਿੱਚ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਉਸ ਤੇ ਖੇਤੀ ਨਾ ਕਰਕੇ ਉਸ ਨੂੰ ਹੋਰ ਕੰਮਾਂ ਦੇ ਵਿੱਚ ਲਿਆ ਜਾ ਰਿਹਾ ਹੈ। ਚਰਾਗਾਹਾਂ ਹੇਠ ਖੇਤਰ ਹੈ ਉਹ 4% ਹੈ, ਜੋ ਕਿ ਕਾਫੀ ਘੱਟ ਹੈ। ਬੰਜਰ ਭੂਮੀ 6%, ਸੰਨਵੀਂ ਜ਼ਮੀਨ 8% ਹੈ। ਸੰਨਵੀਂ ਜ਼ਮੀਨ ਕੀ ਹੁੰਦੀ ਹੈ? ਜਿਸ ਨੂੰ ਕਿ ਅਸੀਂ 2-3 ਸਾਲਾਂ ਬਾਅਦ ਇੱਕ ਫਸਲ ਲੈਂਦੇ ਹਾਂ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ 1 ਸਾਲ ਛੱਡ ਕੇ ਅਗਲੇ ਸਾਲ ਫਸਲ ਲਈ ਜਾਂਦੀ ਹੈ ਤਾਂ ਉਸ ਨੂੰ ਅਸੀਂ ਚਾਲੂ ਸੰਨਵੀਂ ਜ਼ਮੀਨ ਕਹਿੰਦੇ ਹਾਂ, ਤਾਂ ਕਈ ਵਾਰੀ 2-3 ਸਾਲ ਛੱਡ ਕੇ ਅਗਲੇ ਸਾਲ ਫਸਲ ਲਈ ਜਾਵੇ ਤਾਂ ਉਹ ਪੁਰਾਣੀ ਸੰਨਵੀਂ ਜ਼ਮੀਨ ਮੰਨੀ ਜਾਂਦੀ ਹੈ। ਹੁਣ ਦਰਖਤਾਂ ਹੇਠ ਖੇਤਰ ਹੈ ਉਹ ਸਿਰਫ 1% ਹੈ ਤੇ ਜੰਗਲਾਂ ਹੇਠ 22% ਖੇਤਰ ਹੈ। ਹੁਣ ਸਾਡੇ ਚਰਾਗਾਹਾਂ ਬਹੁਤ ਘੱਟ ਹਨ। ਚਰਾਗਾਹਾਂ ਦੇ ਹੇਠਾਂ ਕੁੱਲ ਖੇਤਰ 4% ਹੀ ਹੈ ਸਿਰਫ। ਉਸ ਦਾ ਕੀ ਕਾਰਨ ਹੈ? ਸਭ ਤੋਂ ਪਹਿਲਾਂ ਇਸ ਦਾ ਕਾਰਨ ਹੈ ਕਿ ਵੱਧਦੀ ਆਬਾਦੀ ਦੀਆਂ ਖੁਰਾਕ ਸੰਬੰਧੀ ਲੋੜਾਂ ਪੂਰੀਆਂ ਕਰਨ ਲਈ ਉਸ ਨੂੰ ਖੇਤੀ ਖੇਤਰ ਦੇ ਰੂਪ ਵਿੱਚ ਬਦਲਣਾ ਪਿਆ। ਉਸ ਤੋਂ ਬਾਅਦ ਵੱਧਦੀ ਆਬਾਦੀ ਦੀਆਂ ਹੋਰ ਲੋੜਾਂ ਨੇ ਜਿਹੜੀਆਂ ਵਿਕਾਸ ਦੇ ਕੰਮ ਨੇ ਦੇਸ਼ ਦੇ, ਉਸ ਲਈ ਸੜਕਾਂ ਬਣਾਉਣੀਆਂ, ਨਹਿਰਾਂ ਬਣਾਉਣੀਆਂ, ਉਦਯੋਗ ਲਗਾਉਣੇ ਤੇ ਸਿੰਚਾਈ ਦੇ ਕੰਮਾਂ ਦੇ ਵਿੱਚ ਉਸ ਖੇਤਰ ਦੀ ਵਰਤੋਂ ਕੀਤੀ ਜਾਣ ਲੱਗੀ, ਜਿਸ ਕਰਕੇ ਚਰਾਗਾਹਾਂ ਦਾ ਖੇਤਰ ਘਟ ਗਿਆ। 1950-51 ਦੇ ਵਿੱਚ ਚਰਾਗਾਹਾਂ ਹੇਠ ਖੇਤਰ 4%, ਗੈਰ ਖੇਤੀ ਖੇਤਰ 4% ਤੋਂ ਘੱਟ ਸੀ, ਪਰ 1997 ਦੇ ਵਿੱਚ ਗੈਰ ਖੇਤੀ ਖੇਤਰ 7% ਹੋ ਗਿਆ। ਭਾਵੇਂ ਇਹ ਕਹਿਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵੱਧਦੀ ਹੋਈ ਜਨਸੰਖਿਆ ਲਈ ਸਾਨੂੰ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਨੂੰ ਖੇਤੀ ਖੇਤਰ ਤੋਂ ਇਲਾਵਾ ਉਸ ਨੂੰ ਹੋਰ ਜਗ੍ਹਾ ਵੀ ਕੰਮ ਲੈਣ ਦੀ ਲੋੜ ਹੈ। ਉਸ ਖੇਤਰ ਨੂੰ ਉਸ ਭੂਮੀ ਨੂੰ ਹੋਰ ਕੰਮਾਂ ਦੇ ਵਿੱਚ ਵੀ ਵਰਤਣ ਦੀ ਲੋੜ ਪੈਂਦੀ ਹੈ। ਹੁਣ ਜੰਗਲਾਂ ਹੇਠ ਸਾਡਾ ਲਗਭਗ 22.3% ਖੇਤਰ ਆਉਂਦਾ ਹੈ, ਜਿਹੜਾ ਕਿ ਵਿਗਿਆਨਿਕ ਢੰਗ ਨਾਲ ਜਾਂ ਵਾਤਾਵਰਣ ਦੀ ਦ੍ਰਿਸ਼ਟੀ ਦੇ ਨਾਲ ਦੇਖਿਆ ਜਾਵੇ ਤਾਂ ਕਾਫੀ ਘੱਟ ਮੰਨਿਆ ਜਾਂਦਾ ਹੈ,
ਕਿਹਾ ਜਾਂਦਾ ਹੈ ਕਿ ਸਾਡੇ ਭੂਮੀ ਦੇ ਕੁੱਲ ਖੇਤਰਫਲ ਦੇ 1/3 ਭਾਗ ਤੇ ਜੰਗਲ ਹੋਣੇ ਚਾਹੀਦੇ ਨੇ। ਜੰਗਲਾਂ ਨਾਲ ਭਰਿਆ ਖੇਤਰ ਹੋਣਾ ਚਾਹੀਦਾ ਹੈ, ਕਿਉਂਕਿ ਸਾਨੂੰ ਜੰਗਲਾਂ ਦੇ ਬਹੁਤ ਲਾਭ ਨੇ। ਜੇ ਜੰਗਲ ਖੇਤਰ ਵੱਧ ਹੋਵੇਗਾ ਤਾਂ ਇਹ ਵਾਤਾਵਰਣ ਦੇ ਵਿੱਚ ਸੰਤੁਲਨ ਬਣਿਆ ਰਹੇਗਾ। ਉਹ ਕਿਵੇਂ ਕਿ ਜਿਹੜੇ ਜੰਗਲ ਨੇ ਉਹ ਕਾਰਬਨ ਡਾਈਆਕਸਾਈਡ ਨੂੰ ਆਪਣੇ ਦੇ ਵਿੱਚ ਐਬਜ਼ੌਰਬ ਕਰ ਲੈਂਦੇ ਨੇ, ਸੋਖ ਲੈਂਦੇ ਨੇ। ਤਾਂ ਜਿਹੜੀ ਕਾਰਬਨ ਡਾਈਆਕਸਾਈਡ ਦੀ ਜੇ ਮਾਤਰਾ ਵੱਧ ਜਾਵੇਗੀ ਤਾਂ ਉਸ ਦਾ ਗ੍ਰੀਨ ਹਾਊਸ ਇਫੈਕਟ ਹੋਵੇਗਾ, ਜਿਸ ਦੇ ਨਾਲ ਜਿਹੜਾ ਤਾਪਮਾਨ ਹੈ ਉਹ ਵੱਧ ਜਾਵੇਗਾ। ਤਾਪਮਾਨ ਵਧਣ ਨਾਲ ਜਿਹੜੇ ਗਲੇਸ਼ੀਅਰ ਨੇ ਉਹ ਜਾਂ ਪਹਾੜ ਨੇ, ਬਰਫ਼ ਦੇ ਪਹਾੜ ਨੇ, ਉਹ ਪਿਘਲਣੇ ਸ਼ੁਰੂ ਹੋ ਜਾਣਗੇ। ਉਸ ਦੇ ਨਾਲ ਜਿਹੜਾ ਉਹਨਾਂ ਦਾ ਪਾਣੀ ਹੈ ਉਹ ਸਮੁੰਦਰ ਦੇ ਵਿੱਚ ਜਾ ਕੇ ਮਿਲ ਜਾਵੇਗਾ ਤੇ ਜਿਹੜੇ ਸਮੁੰਦਰ ਦੇ ਕੰਢੇ ਦੇ ਕੋਲ ਲੋਕ ਰਹਿੰਦੇ ਨੇ ਉਹਨਾਂ ਖੇਤਰਾਂ ਦੇ ਡੁੱਬਣ ਦਾ ਖਤਰਾ ਪੈਦਾ ਹੋ ਜਾਵੇਗਾ। ਇਸ ਕਰਕੇ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਣ ਲਈ ਜੰਗਲਾਂ ਦਾ ਖੇਤਰ ਵੱਧ ਹੋਣਾ ਜ਼ਰੂਰੀ ਹੈ। ਦੂਜੀ ਗੱਲ ਹੈ ਕਿ ਜੰਗਲ ਜੰਗਲੀ ਜੀਵਾਂ ਦਾ ਘਰ ਨੇ। ਸਾਰੇ ਜੰਗਲੀ ਜੀਵਾਂ ਨੂੰ ਜਿਹੜੀ ਸ਼ਰਨ ਹੈ, ਘਰ ਹੈ, ਆਵਾਸ ਹੈ, ਉਹ ਜੰਗਲ ਹੀ ਪ੍ਰਦਾਨ ਕਰਦੇ ਨੇ। ਜੰਗਲਾਂ ਦੇ ਨਾਲ ਵਰਖਾ ਦੇ ਵਿੱਚ ਵਾਧਾ ਹੁੰਦਾ ਹੈ ਤੇ ਸੋਕੇ ਦੀ ਸਮੱਸਿਆ ਬਾਰ-ਬਾਰ ਨਹੀਂ ਆਉਂਦੀ। ਇਹ ਮਿੱਟੀ ਨੂੰ ਵੀ ਆਪਣੇ ਦੇ ਵਿੱਚ ਜਕੜਨ ਦੀ ਸ਼ਮਤਾ ਰੱਖਦੇ ਨੇ। ਮਿੱਟੀ ਦੀ ਸੰਭਾਲ ਕਰਨ ਲਈ ਜੰਗਲਾਂ ਦਾ ਬਹੁਤ ਹੀ ਫਾਇਦਾ ਹੈ, ਕਿਉਂਕਿ ਭੂਖ ਹੋੜ ਦੀ ਸਮੱਸਿਆ ਇਸ ਨਾਲ ਪੈਦਾ ਨਹੀਂ ਹੁੰਦੀ। ਹੜ੍ਹਾਂ ਨੂੰ ਰੋਕਣ ਦੇ ਵਿੱਚ ਵੀ ਜੰਗਲ ਸਮਰਥ ਹਨ। ਹੁਣ ਗੱਲ ਆਉਂਦੀ ਹੈ ਬੰਜਰ ਭੂਮੀ ਦੀ, ਜਿਹੜੀ ਕਿ ਸਾਡੇ ਖੇਤਰਫਲ ਦੇ ਕੁੱਲ ਖੇਤਰਫਲ ਦਾ 2 ਕਰੋੜ ਹੈਕਟੇਅਰ ਭਾਗ ਬੰਜਰ ਹੈ, ਜਿਸ ਦੇ ਵਿੱਚ ਚਟਾਨੀ ਤੇ ਰੇਤਲੇ ਮਾਰੂਥਲ ਆ ਜਾਂਦੇ ਨੇ। 1950-51 ਦੇ ਵਿੱਚ 12.8% ਭੂਮੀ ਬੰਜਰ ਸੀ, ਜਦਕਿ 1992-93 ਦੇ ਵਿੱਚ ਇਹ ਲਗਭਗ ਅੱਧੀ ਰਹਿ ਗਈ ਹੈ, ਜੋ ਕਿ 6.3% ਹੈ। ਬੰਜਰ ਭੂਮੀ ਦਾ ਕਾਰਨ ਮਨੁੱਖ ਦੀਆਂ ਆਪਣੀਆਂ ਵਿਨਾਸ਼ਕਾਰੀ ਕਿਰਿਆਵਾਂ ਵੀ ਨੇ, ਕਿ ਜਿਵੇਂ ਉਹ ਵਨਾਂ ਦਾ ਲਗਾਤਾਰ ਵਿਨਾਸ਼ ਕਰ ਰਿਹਾ ਹੈ, ਵਨਾਂ ਨੂੰ ਖਤਮ ਕਰ ਰਿਹਾ ਹੈ, ਤੇ ਪਸ਼ੂਆਂ ਦੀ ਚਰਾਈ ਹੈ ਜਿਹੜੀ ਉਹ ਵੀ ਵੱਧ ਹੋਣ ਕਰਕੇ ਭੂਮੀ ਬੰਜਰ ਬਣਦੀ ਜਾ ਰਹੀ ਹੈ। ਇਹ ਤਾਂ ਰਹੀ ਗੱਲ ਹੁਣ ਭਾਰਤ ਦੇ ਵਿੱਚ ਭੂਮੀ ਦੀ ਵਰਤੋਂ ਦੀ। ਹੁਣ ਪੰਜਾਬ ਦੇ ਵਿੱਚ ਭੂਮੀ ਦੀ ਵਰਤੋਂ ਕਿਵੇਂ ਹੋ ਰਹੀ ਹੈ? ਪੰਜਾਬ ਦਾ ਕੁੱਲ ਖੇਤਰਫਲ 50,362 ਵਰਗ ਕਿਲੋਮੀਟਰ ਹੈ ਔਰ ਇਸ ਦਾ ਬੀਜਿਆ ਹੋਇਆ ਖੇਤਰ 82% ਹੈ, ਜਦਕਿ ਭਾਰਤ ਦੇ ਵਿੱਚ ਬਿਜਾਈ ਖੇਤਰ 47% ਹੈ। ਪੰਜਾਬ ਦੇ ਵਿੱਚ ਜੰਗਲੀ ਖੇਤਰ ਸਿਰਫ 5.7% ਹੈ, ਜੋ ਕਿ ਦੇਸ਼ ਦੇ ਜੰਗਲੀ ਖੇਤਰ ਦੇ ਮੁਕਾਬਲੇ ਕਾਫੀ ਘੱਟ ਹੈ। ਪੰਜਾਬ ਵਿੱਚ ਜੰਗਲੀ ਖੇਤਰ ਦੇ ਘੱਟ ਹੋਣ ਕਰਕੇ ਇਸ ਦਾ ਪਰਿਸਥਿਤੀ ਸੰਤੁਲਨ ਤੇ ਪਰਿਸਥਿਤੀ ਪ੍ਰਣਾਲੀ ਤੇ ਮਾੜਾ ਅਸਰ ਪੈ ਰਿਹਾ ਹੈ। ਪਾਣੀ ਦਾ ਸਤਰ ਘਟ ਰਿਹਾ ਹੈ, ਮਿੱਟੀਆਂ ਦੇ ਖਾਰੇਪਣ ਦੀ ਸਮੱਸਿਆ ਵੱਧ ਰਹੀ ਹੈ, ਜ਼ਮੀਨ ਸੈਲਾਬੀ ਹੋ ਗਈ ਹੈ ਤੇ ਜ਼ਮੀਨ ਦੀ ਉਪਜਾਊਪਣ ਦੇ ਵਿੱਚ ਵੀ ਕਮੀ ਆ ਰਹੀ ਹੈ। ਅਸੀਂ ਕਹਿ ਸਕਦੇ ਹਾਂ ਕਿ ਦੇਸ਼ ਵਿੱਚ ਜ਼ਮੀਨ ਤਾਂ ਸੀਮਿਤ ਹੈ, ਨਾ ਇਸ ਨੂੰ ਵਧਾਇਆ ਜਾ ਸਕਦਾ ਹੈ ਤੇ ਨਾ ਘਟਾਇਆ ਜਾ ਸਕਦਾ ਹੈ, ਪਰ ਸਹੀ ਯੋਜਨਾਵਾਂ ਬਣਾ ਕੇ, ਅਨੁਕੂਲ ਯੋਜਨਾਵਾਂ ਬਣਾ ਕੇ ਖੇਤੀਯੋਗ ਭੂਮੀ ਤੇ ਪੈਦਾਵਾਰ ਵਧਾਈ ਜਾ ਸਕਦੀ ਹੈ। ਹੁਣ ਖੇਤੀ ਵਿਕਾਸ ਦਾ ਦੇਸ਼ ਦੀ ਆਰਥਿਕ ਪ੍ਰਣਾਲੀ ਦੇ ਵਿੱਚ ਕੀ ਫਾਇਦਾ ਹੈ, ਕੀ ਭੂਮਿਕਾ ਹੈ? ਸਾਡਾ ਖੇਤੀ ਖੇਤਰ ਦੇਸ਼ ਦੇ 2/3 ਮਜ਼ਦੂਰਾਂ ਨੂੰ, ਯਾਨੀ ਕਿ 2/3 ਮਜ਼ਦੂਰਾਂ ਨੂੰ ਰੋਜ਼ਗਾਰ ਦੇ ਰਿਹਾ ਹੈ। ਸਾਡੀ ਰਾਸ਼ਟਰੀ ਆਮਦਨ ਦਾ ਲਗਭਗ 29% ਭਾਗ ਹੈ ਜਿਹੜਾ ਉਹ ਸਾਨੂੰ ਖੇਤੀ ਖੇਤਰ ਤੋਂ ਮਿਲ ਰਿਹਾ ਹੈ। ਖੇਤੀ ਖੇਤਰ ਦੇ ਕਾਰਨ ਹੀ, ਖੇਤੀ ਦੇ ਵਿਕਾਸ ਦੇ ਕਾਰਨ ਹੀ ਪ੍ਰਤੀ ਵਿਅਕਤੀ ਖੁਰਾਕ ਦੇ ਵਿੱਚ ਵੀ ਵਾਧਾ ਹੋਇਆ ਹੈ ਤੇ ਦਾਲਾਂ ਹੇਠ ਸੰਸਾਰ ਦੇ ਵਿੱਚ ਸਭ ਤੋਂ ਵੱਧ ਰਕਬਾ ਭਾਰਤ ਵਿੱਚ ਹੈ ਤੇ ਭਾਰਤ ਦਾ ਕਪਾਹ ਦੇ ਵਿੱਚ ਪਹਿਲਾ ਸਥਾਨ ਆ ਰਿਹਾ ਹੈ।
खेती ਦੇ ਵਿਕਾਸ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਇਸ ਦੇ ਨਾਲ-ਨਾਲ ਖੇਤੀਬਾੜੀ ਦੀਆਂ ਕੁਝ ਸਮੱਸਿਆਵਾਂ ਵੀ ਪੇਸ਼ ਆ ਰਹੀਆਂ ਨੇ। ਸਭ ਤੋਂ ਵੱਡੀ ਸਮੱਸਿਆ ਜਿਹੜੀ ਪੇਸ਼ ਆ ਰਹੀ ਹੈ ਉਹ ਹੈ ਜਨਸੰਖਿਆ ਦਾ ਭਾਰੀ ਦਬਾਅ ਹੋਣਾ। ਜਨਸੰਖਿਆ ਦਾ ਭਾਰੀ ਦਬਾਅ ਕਿਸ ਤਰ੍ਹਾਂ ਕਿ 65% ਜਿਹੜੇ ਲੋਕੀ ਕੰਮਕਾਰ ਕਰਦੇ ਨੇ ਉਹ ਖੇਤੀ ਖੇਤਰ ਤੇ ਨਿਰਭਰ ਨੇ। ਉਹ ਆਪਣੇ ਰੁਜ਼ਗਾਰ ਲਈ, ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਖੇਤੀ ਖੇਤਰ ਤੇ ਹੀ ਨਿਰਭਰ ਨੇ, ਖੇਤੀ ਤੇ ਹੀ ਉਹਨਾਂ ਦਾ ਨਿਰਵਾਹ ਹੁੰਦਾ ਹੈ। ਤੇ ਇੰਨੇ ਵੱਡੇ ਜਨ ਸਮੂਹ ਦੇ ਵਿੱਚੋਂ ਸਿਰਫ 29% ਹਿੱਸਾ ਹੀ ਅਸੀਂ ਆਪਣੀ ਰਾਸ਼ਟਰੀ ਆਮਦਨ ਦੇ ਵਿੱਚ ਦੇ ਪਾ ਰਹੇ ਹਾਂ। ਦੂਜਾ ਕਾਰਨ ਹੈ ਕਿ ਜਨਸੰਖਿਆ ਦੇ ਜ਼ਿਆਦਾ ਹੋਣ ਕਰਕੇ ਉਪਜਾਊ ਜ਼ਮੀਨ ਨੂੰ ਖੇਤਾਂ ਵਿੱਚ ਬਦਲਿਆ ਜਾ ਰਿਹਾ ਹੈ ਤਾਂ ਕਿ ਖੇਤੀ ਯੋਗ ਖੇਤਰ ਵਧਾਇਆ ਜਾ ਸਕੇ, ਜਿਸ ਨਾਲ ਮਿੱਟੀ ਦਾ ਕਟਾਅ ਤੇ ਹੜ੍ਹ ਤੇ ਸੋਕੇ ਸੰਬੰਧੀ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ। ਚੌਥਾ ਹੈ ਜੋਤਾਂ ਦਾ ਆਕਾਰ ਬਹੁਤ ਛੋਟਾ ਹੈ ਤੇ ਇਹਨਾਂ ਦੀ ਵੰਡ ਵੀ ਅਸਮਾਨ ਹੈ। ਜੋਤਾਂ ਦਾ ਆਕਾਰ ਛੋਟਾ ਯਾਨੀ ਕਿ ਜਿੱਥੇ ਜਿਹੜੇ ਖੇਤ ਨੇ ਉਹ ਛੋਟੇ ਛੋਟੇ ਨੇ ਤੇ ਇਹ ਵੀ ਬਰਾਬਰ ਨਹੀਂ ਹੈ। ਕਿਸੇ ਦਾ ਖੇਤ ਛੋਟਾ ਹੈ ਤੇ ਕਿਸੇ ਦਾ ਵੱਡਾ ਹੈ, ਜਿਸ ਕਰਕੇ ਕਿਸਾਨਾਂ ਨੂੰ ਛੋਟੀਆਂ ਜੋਤਾਂ ਹੋਣ ਕਰਕੇ ਲਾਭ ਤੇ ਬਚਤ ਘੱਟ ਹੁੰਦੀ ਹੈ। ਉਹ ਫਸਲ ਤਾਂ ਪੈਦਾ ਕਰਦਾ ਹੈ ਪਰ ਉਸ ਨੂੰ ਉਨਾ ਲਾਭ ਜਾਂ ਬਚਤ ਨਹੀਂ ਹੋ ਪਾਉਂਦੀ ਜਿੰਨੀ ਕੀ ਹੋਣੀ ਚਾਹੀਦੀ ਹੈ, ਕਿਉਂਕਿ ਉਸਨੇ ਆਪਣੀ ਖੇਤੀ ਕਰਨ ਲਈ ਕਿਰਾਏ ਤੇ ਸੰਦ ਵੀ ਲੈਣੇ ਨੇ, ਮਸ਼ੀਨਾਂ ਵੀ ਲੈਣੀਆਂ ਨੇ, ਪਰ ਉਹ ਉਸ ਦਾ ਪ੍ਰਯੋਗ ਉਹ ਛੋਟੇ ਜਿਹੇ ਖੇਤਰ ਦੇ ਵਿੱਚ ਕਰਨ ਲਈ ਕਰਦਾ ਤਾਂ ਹੈ, ਪਰ ਉਸ ਨੂੰ ਉਸ ਦਾ ਕਿਰਾਇਆ ਦੇਣ ਦੇ ਵਿੱਚ ਜਾਂ ਉਸ ਲਈ ਖਰਚਾ ਕਰਨ ਦੇ ਵਿੱਚ ਉਹ ਪੈਸਾ ਜਿਹੜਾ ਉਸਦਾ ਹੈ ਉਹ ਖਰਚ ਹੋ ਜਾਂਦਾ ਹੈ, ਜਿਸ ਨਾਲ ਸਿਰਫ ਉਸ ਕੋਲ ਇੰਨਾ ਕੁ ਬਚਦਾ ਹੈ ਕਿ ਜਿਸ ਨਾਲ ਉਹ ਆਪਣਾ ਗੁਜ਼ਾਰਾ ਕਰ ਸਕੇ। ਇਸ ਲਈ ਇਸ ਖੇਤੀ ਨੂੰ ਗੁਜ਼ਾਰਾ ਖੇਤੀ ਵੀ ਕਿਹਾ ਜਾਂਦਾ ਹੈ। ਹੁਣ ਛੇਵੀਂ ਗੱਲ ਹੈ ਕਿ ਭਾਰਤ ਦਾ ਕਿਸਾਨ ਅਨਪੜ੍ਹ ਹੈ। ਅਨਪੜ੍ਹ ਹੋਣ ਕਰਕੇ ਉਹ ਵਿਗਿਆਨਕ ਢੰਗ ਨਾਲ ਫਸਲ ਬਾਰੇ ਜਾਣਕਾਰੀ ਉਸ ਨੂੰ ਨਹੀਂ ਹੈ। ਉਹ ਵਿਗਿਆਨਕ ਢੰਗ ਨਾਲ ਫਸਲ ਚੱਕਰ ਨੂੰ ਅਪਣਾ ਨਹੀਂ ਸਕਦਾ, ਜਿਸ ਕਰਕੇ ਉਸ ਨੂੰ ਸੰਘਣੀ ਖੇਤੀ ਕਰਨੀ ਪੈਂਦੀ ਹੈ। ਉਸ ਨੂੰ ਇਹ ਨਹੀਂ ਪਤਾ ਕਿ ਕਿਹੜੀ ਫਸਲ ਤੋਂ ਬਾਅਦ ਕਿਹੜੀ ਫਸਲ ਬੀਜਾਂਗੇ ਤਾਂ ਸਾਨੂੰ ਫਾਇਦਾ ਹੋਵੇਗਾ। ਉਹ ਸਿਰਫ ਉਸ ਨੂੰ ਜਿਸ ਤਰ੍ਹਾਂ ਲੱਗਦਾ ਹੈ ਕਿ ਸਾਨੂੰ ਇਸ ਫਸਲ ਦੇ ਵਿੱਚ ਸੌਖਾ ਹੈ, ਸਿੰਚਾਈ ਕਰਨੀ ਸੌਖੀ ਹੈ, ਇਸ ਦੀ ਸਾਨੂੰ ਇਸ ਲਈ ਸੂਟੇਬਲ ਜਗ੍ਹਾ ਹੈ ਜਾਂ ਮਾਹੌਲ ਹੈ, ਉਹ ਉਸ ਦੇ ਹਿਸਾਬ ਨਾਲ ਖੇਤੀ ਕਰੀ ਜਾਂਦਾ ਉਸ ਫਸਲ ਦੀ। ਫਸਲੀ ਚੱਕਰ ਬਾਰੇ ਉਸ ਨੂੰ ਅੰਦਾਜ਼ਾ ਨਹੀਂ ਹੈ, ਉਸ ਦਾ ਪ੍ਰਯੋਗ ਉਹ ਨਹੀਂ ਕਰ ਪਾਉਂਦਾ। ਹੁਣ ਸੱਤਵੀਂ ਗੱਲ ਹੈ ਕਿ ਇਸ ਨਾਲ ਸੰਘਣੀ ਖੇਤੀ ਕਰਨ ਨਾਲ ਜਿਹੜੇ ਭੂਮੀ ਦੇ ਜ਼ਰੂਰੀ ਅੰਸ਼ ਨੇ, ਮਿੱਟੀ ਦੇ ਜ਼ਰੂਰੀ ਅੰਸ਼ ਨੇ, ਜ਼ਿੰਕ, ਮੈਂਗਨੀਜ਼ ਤੇ ਲੋਹਾ ਆਦਿ, ਉਹ ਮਿੱਟੀ ਵਿੱਚੋਂ ਨਿਕਲ ਜਾਂਦੇ ਨੇ। ਸਿੰਚਾਈ ਦੀ ਸਮੱਸਿਆ ਹੋਣ ਕਰਕੇ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਮਿੱਟੀਆਂ ਦੇ ਵਿੱਚ ਪਾਣੀ ਖੜਾ ਰਹਿੰਦਾ, ਜਿਸ ਕਾਰਨ ਇਹ ਸਮੱਸਿਆ ਪੈਦਾ ਹੋ ਰਹੀ ਹੈ ਰੇਹ ਦੀ ਸਮੱਸਿਆ। ਰੇਹ ਦੀ ਸਮੱਸਿਆ ਹੈ, ਜਿਹੜਾ ਰੇਹੀ ਖੇਤਰ ਬਣ ਰਿਹਾ ਹੈ ਉਹ ਮਿੱਟੀਆਂ ਦੇ ਵਿੱਚ ਪਾਣੀ ਖੜਾ ਰਹਿਣ ਕਰਕੇ ਹੋ ਰਿਹਾ ਹੈ। ਜਿਹੜਾ ਫਿਰੋਜ਼ਪੁਰ ਦਾ ਖੇਤਰ ਹੈ ਉੱਥੇ 1 ਲੱਖ ਹੈਕਟੇਅਰ ਤੋਂ ਵੱਧ ਰੇਹ ਭੂਮੀ ਹੈ। ਅਗਲੀ ਗੱਲ ਹਰੀ ਕ੍ਰਾਂਤੀ ਦੀ। ਹਰੀ ਕ੍ਰਾਂਤੀ ਤੋਂ ਬਾਅਦ ਖੇਤੀ ਵਿਕਾਸ ਤੇ ਖੇਤਰੀ ਅਸੰਤੁਲਨ ਦੇ ਵਿੱਚ ਵਾਧਾ ਹੋਇਆ। ਇਸ ਨਾਲ ਬਦਲਵੇਂ ਫਸਲੀ ਚੱਕਰ ਨੂੰ ਵੀ ਨੁਕਸਾਨ ਹੋਇਆ ਤੇ ਅਖੀਰ ਦੇ ਵਿੱਚ ਜਿਹੜੀ ਇੱਕ ਸਮੱਸਿਆ ਪੇਸ਼ ਆ ਰਹੀ ਹੈ ਉਹ ਇਹ ਹੈ ਕਿ ਸਰਵਜਨਕ ਤੇ ਨਿੱਜੀ ਨਿਵੇਸ਼ ਖੇਤੀ ਖੇਤਰ ਵਿੱਚ ਘਟ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਹੁਣ ਸਰਕਾਰ ਵੱਲੋਂ ਕੁਝ ਕਦਮ ਚੁੱਕੇ ਜਾ ਰਹੇ ਨੇ ਤਾਂ ਕਿ ਇਸ ਖੇਤਰ ਦਾ ਵਿਕਾਸ ਕੀਤਾ ਜਾ ਸਕੇ। ਸਭ ਤੋਂ ਪਹਿਲਾਂ ਜ਼ਿਮੀਂਦਾਰੀ ਪ੍ਰਥਾ ਨੂੰ ਖਤਮ ਕੀਤਾ ਗਿਆ ਹੈ। ਦੂਜਾ, ਚੱਕਬੰਦੀ ਦਾ ਖਾਤਮਾ ਕੀਤਾ ਗਿਆ ਹੈ। ਸਾਰੀਆਂ ਛੋਟੀਆਂ ਜੋਤਾਂ ਨੂੰ ਇਕੱਠੇ ਕਰਕੇ ਖੇਤ ਇੱਕ ਬਣਾ ਦਿੱਤਾ ਗਿਆ ਹੈ। ਤੀਜਾ, ਸਹਿਕਾਰੀ ਅੰਦੋਲਨ ਨੂੰ ਵੀ ਪ੍ਰੇਰਿਤ ਕੀਤਾ ਗਿਆ ਹੈ। ਸਹਿਕਾਰੀ ਬੈਂਕ, ਰਾਸ਼ਟਰੀ ਖਾਦ ਨਿਗਮ, ਭਾਰਤੀ ਖੋਜ परिषद, ਖੇਤੀਬਾੜੀ ਯੂਨੀਵਰਸਿਟੀ, डेयरी विकास बोर्ड, इन सब का गठन किया गया है।
ਰਾਜ ਸਰਕਾਰਾਂ ਰਿਆਇਤੀ ਦਰਾਂ ਤੇ ਰਸਾਇਣਿਕ ਖਾਦ ਤੇ ਬਿਜਲੀ ਵੀ ਪ੍ਰਦਾਨ ਕਰ ਰਹੀਆਂ ਹਨ। ਪਰ ਫਿਰ ਵੀ ਕਿਸਾਨ ਯੂਨੀਅਨਾਂ ਦਾ ਇਹ ਸੋਚਣਾ ਹੈ ਕਿ ਸਰਕਾਰ ਖੇਤੀ ਖੇਤਰ ਵੱਲ ਪੂਰਾ ਧਿਆਨ ਤੇ ਸਮਰਥਨ ਨਹੀਂ ਦੇ ਰਹੀ ਹੈ, ਜਿੰਨਾ ਕਿ ਬਾਕੀ ਉਦਯੋਗਾਂ ਤੇ ਸੇਵਾਵਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ, ਉਹ ਸੁਰੱਖਿਆ ਕਿਸਾਨਾਂ ਨੂੰ ਨਹੀਂ ਪ੍ਰਦਾਨ ਕੀਤੀ ਜਾ ਰਹੀ। ਭਾਰਤ ਅੱਜ ਵੀ ਖੇਤੀ ਪ੍ਰਧਾਨ ਦੇਸ਼ ਵੀ ਹੈ, ਸਮਾਜ ਵੀ ਹੈ। ਇਸ ਲਈ ਇਸ ਤੇ ਸੁਧਾਰ ਲਈ ਜੇ ਸਰਕਾਰ ਕੋਈ ਵੀ ਹੱਲ ਕਰਦੀ ਹੈ, ਕੋਈ ਵੀ ਕਦਮ ਚੁੱਕਦੀ ਹੈ, ਤਾਂ ਉਹ ਮਹਿੰਗਾ ਨਹੀਂ ਹੋ ਸਕਦਾ। ਹੁਣ ਕੁਝ ਸੋਚਣ ਲਈ ਪ੍ਰਸ਼ਨ। ਭਾਰਤ ਦੀ ਕਿੰਨੀ ਭੂਮੀ ਖੇਤੀ ਹੇਠ ਹੈ? ਜੰਗਲਾਂ ਦੇ ਹੇਠ ਕਿੰਨਾ ਰਕਬਾ ਹੋਣਾ ਚਾਹੀਦਾ ਹੈ? ਚਰਾਗਾਹਾਂ ਦੇ ਘਾਟਾਂ ਦੇ ਕੀ ਕਾਰਨ ਹਨ? ਪੰਜਾਬ ਵਿੱਚ ਰੇਹ ਖੇਤਰ ਦੀ ਸਮੱਸਿਆ ਕਿਉਂ ਆ ਰਹੀ ਹੈ? ਜੋਤਾਂ ਦੇ ਆਕਾਰ ਛੋਟੇ ਹੋਣ ਦਾ ਕੀ ਨੁਕਸਾਨ ਹੈ? ਜੰਗਲਾਂ ਦੇ ਕੀ ਲਾਭ ਹਨ? ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਧਿਆਨ ਨਾਲ ਸੁਣੋਗੇ ਤੇ ਇਹਨਾਂ ਪ੍ਰਸ਼ਨਾਂ ਦੇ ਉੱਤਰ ਲੱਭਣ ਦੀ ਕੋਸ਼ਿਸ਼ ਕਰੋਗੇ। ਧੰਨਵਾਦ।